ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮੋਦੀ ਦੀ ਜ਼ੁਬਾਨ ਤੇ ਕਿਸਾਨਾਂ ਨੂੰ ਆਖਰ ਯਕੀਨ ਕਿਉਂ ਨਹੀਂ ਹੈ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਦਵਿੰਦਰ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਏ ਸੰਘਰਸ਼ ਨੂੰ ਜਿਹੜਾ ਹੈ 1 ਸਾਲ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਤੇ 19 ਨਵੰਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤਾ ਗਿਆ ਸੀ ਵੀ ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਲਿੱਤੇ ਜਾਣਗੇ ਅਤੇ ਉਹਨਾਂ ਦੇ ਐਲਾਨ ਅਨੁਸਾਰ 29 ਨਵੰਬਰ ਨੂੰ ਲੋਕ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਹੀ ਤਿੰਨੋਂ ਖੇਤੀ ਕਾਨੂੰਨ ਜਿਹੜੇ ਹਨ ਲੋਕ ਸਭਾ 'ਚ ਵੀ ਅਤੇ ਰਾਜ ਸਭਾ 'ਚ ਵੀ ਪਾਸ ਹੋ ਚੁੱਕੇ ਨੇ ਵੀ ਕਿ ਤਿੰਨੋਂ ਕਾਨੂੰਨਾਂ ਨੂੰ ਜਿਹੜਾ ਵਾਪਸ ਲੈ ਲਿੱਤਾ ਗਿਆ ਹੈ। ਉਸ ਦੇ ਬਾਵਜੂਦ ਕਿਸਾਨ ਅੰਦੋਲਨ ਦਿੱਲੀ ਦੀ ਬਰੂਹਾਂ 'ਤੇ ਜਾਰੀ ਹੈ। ਅਸੀਂ ਜਾਣਨਾ ਚਾਹਾਂਗੇ, ਜਦੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਹੋ ਚੁੱਕੇ ਨੇ ਤਾਂ ਕਿਸਾਨ ਜਥੇਬੰਦੀਆਂ ਕਹਿ ਲਓ ਜਾਂ ਕਿਸਾਨ ਕਹਿ ਲਓ, ਉਹ ਘਰ ਵਾਪਸੀ ਕਿਉਂ ਨਹੀਂ ਕਰ ਰਹੇ? ਦੇਖੋ, ਇਹਦਾ ਸਭ ਤੋਂ ਵੱਡਾ ਕਾਰਨ ਇਹੀ ਹੈ, ਇਕੱਲੇ ਕਿਸਾਨ ਨਹੀਂ, ਮੁਲਕ ਦੇ ਲੋਕਾਂ ਦੀ ਜਿਹੜੀ ਵੱਡੀ ਗਿਣਤੀ ਅਸੀਂ ਕਹਿ ਲਈਏ, ਸਿਆਸਤਦਾਨ ਜਾਂ ਵੱਡੀਆਂ ਪਦਵੀਆਂ 'ਤੇ ਬੈਠੇ ਲੋਕਾਂ ਦੀ ਗੱਲ 'ਤੇ ਯਕੀਨ ਨਹੀਂ ਰਿਹਾ। ਕੋਈ ਵੇਲਾ ਸੀ ਜਦੋਂ ਪ੍ਰਾਣ ਜਾਏ ਪਰ ਵਚਨ ਨਾ ਜਾਏ ਵਰਗੀਆਂ ਜਿਹੜੀਆਂ ਕਹਾਵਤਾਂ ਨੇ ਸਾਡੇ ਜੀਵਨ ਜਾਚ 'ਚੋਂ, ਸਾਡੇ ਲਾਈਫ ਸਟਾਈਲ 'ਚੋਂ, ਜ਼ਿੰਦਗੀ ਦੇ ਵਿੱਚੋਂ ਨਿਕਲੀਆਂ। ਉਹ ਇਸੇ ਕਰਕੇ ਨਿਕਲੀਆਂ ਵੀ ਲੋਕ ਆਪਣੀ ਜ਼ੁਬਾਨ ਦੇ ਪੱਕੇ ਹੁੰਦੇ ਸੀ, ਆਪਣੀ ਧੁਨ ਦੇ ਪੱਕੇ ਸੀ। ਜੇ ਕਿਸੇ ਨੂੰ ਇੱਕ ਵਾਰ ਜ਼ੁਬਾਨ ਦੇਤੀ ਤਾਂ ਉਸ ਜ਼ੁਬਾਨ ਦੇ ਪੱਕੇ ਸੀ, ਭਾਵੇਂ ਜਾਨ ਚਲੀ ਜਾਏ, ਭਾਵੇਂ ਸਭ ਕੁਝ ਲੁੱਟ ਜੇ, ਪਰ ਉਹ ਆਪਦੀ ਜ਼ੁਬਾਨ 'ਤੇ ਪੱਕੇ ਹੁੰਦੇ ਸੀਗੇ। ਜੀ। ਹੁਣ ਸੱਤਾ ਹਥਿਆਉਣ ਖਾਤਰ ਝੂਠ, ਫਰੇਬ, ਕੁਫਰ, ਨਫ਼ਰਤੀ ਜੋ ਭਾਸ਼ਣ ਦਿੰਦੇ ਆ, ਲੋਕਾਂ ਨੂੰ ਮਰਵਾਉਣ, ਲੜਾਉਣ ਤੋਂ ਮਤਲਬ ਕੋਈ ਕਸਰ ਨਹੀਂ ਬਾਕੀ ਛੱਡੀ ਜਾਂਦੀ। ਜੀ। ਅਤੇ ਇਸ ਕਰਕੇ ਲੋਕਾਂ ਦਾ ਜਿਹੜਾ ਦਿਨੋਂ ਦਿਨ ਯਕੀਨ ਜਿਹੜਾ ਹੈ ਉਹ ਸਿਆਸਤਦਾਨਾਂ ਅਤੇ ਵੱਡੀ ਪਦਵੀਆਂ 'ਤੇ ਬੈਠੇ ਲੋਕਾਂ 'ਚ ਘਟਦਾ ਜਾਂਦਾ ਹੈ। ਅਸੀਂ ਬਹੁਤਾ ਪਿੱਛੇ ਨਾ ਜਾਈਏ, ਕਿਉਂਕਿ ਗੱਲ ਤੁਸੀਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਕੀਤੀ ਹੈ, ਤਾਂ ਅਸੀਂ 2014 ਤੋਂ ਹੀ ਲੈ ਲਈਏ। 2014 'ਚ ਸੱਤਾ ਹਥਿਆਉਣ ਲਈ ਭਾਰਤੀ ਜਨਤਾ ਪਾਰਟੀ ਅਤੇ ਇਸ ਪਾਰਟੀ ਦੇ ਲੀਡਰਾਂ ਨੇ ਕੀ ਦਾਅਵੇ ਅਤੇ ਵਾਅਦੇ ਨਹੀਂ ਕੀਤੇ। ਜੀ, ਬਿਲਕੁਲ। ਪੈਟਰੋਲ 30 ਰੁਪਏ, 35 ਰੁਪਏ ਦੇਣ ਦਾ ਵਾਅਦਾ ਕੀਤਾ, ਜਿਹੜਾ ਕਿ 100 ਰੁਪਏ ਦੇ ਨੇੜੇ ਪਹੁੰਚ ਗਿਆ, ਕਈ ਸਟੇਟਾਂ ਦੇ ਵਿੱਚ 100 ਤੋਂ ਟੱਪ ਵੀ ਗਿਆ। ਜੀ। ਇਸੇ ਤਰ੍ਹਾਂ ਰਸੋਈ ਗੈਸ ਜਿਹੜਾ 200 ਰੁਪਏ, 150 ਰੁਪਏ ਸਿਲੰਡਰ ਦੇਣ ਦਾ ਵਾਅਦਾ ਕੀਤਾ, ਉਹ 1000 ਦੇ ਨੇੜੇ ਪਹੁੰਚ ਗਿਆ। ਜੀ। ਫਿਰ 15-15 ਲੱਖ ਰੁਪਈਆ ਜਿਹੜਾ ਖਾਤਿਆਂ ਦੇ ਵਿੱਚ ਪਾਉਣ ਦਾ ਵਾਅਦਾ ਕੀਤਾ ਗਿਆ। ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਫਸਲਾਂ ਦਾ ਭਾਅ ਤੈਅ ਕਰਨ ਦਾ ਵਾਅਦਾ ਕੀਤਾ ਗਿਆ। ਮਤਲਬ ਇਹ ਕੁਛ ਉਦਾਹਰਨਾਂ ਨੇ, ਪਰ ਸਾਰਾ ਕੁਛ ਜਾਲ ਜਿਹੜਾ ਬੁਣਿਆ ਗਿਆ ਸੀ ਸਿਰਫ ਸੱਤਾ ਹਥਿਆਉਣ ਲਈ। ਜੀ। ਅਸੀਂ ਦੇਖੀਏ ਵੀ ਜਿਹੜੇ ਫਾਰਮਰ ਕੈਗ ਦੇ ਜਿਹੜੇ ਚੀਫ ਸੀ, ਵਿਨੋਦ ਰਾਏ ਵਰਗਿਆਂ ਰਾਹੀਂ ਕਿਹੋ ਜਿਹਾ ਮਾਹੌਲ ਸਿਰਜਿਆ ਗਿਆ, ਝੂਠ ਤੇ ਫਰੇਬ ਦਾ ਮਾਹੌਲ, ਜਿਹੜੇ ਹੁਣ ਅਦਾਲਤਾਂ ਜਾ ਕੇ ਮਾਫੀ ਮੰਗਦੇ ਨੇ। ਕਿਹੋ ਜਿਹੇ ਬਿਊਰੋਕਰੇਟ ਨੇ, ਕਿਹੋ ਜਿਹੇ ਅਫਸਰ ਨੇ, ਅਸੀਂ ਕਿਹੋ ਜਿਹੇ ਮੁਲਕ 'ਚ ਰਹਿ ਰਹੇ ਹਾਂ ਅਤੇ ਕਿਹੋ ਜਿਹੇ ਲੋਕ ਸਾਡੇ ਸਿਰ 'ਤੇ ਬੈਠੇ ਨੇ। ਗੱਲ ਸਭ ਤੋਂ ਵੱਡਾ ਸਵਾਲ ਇਹ ਹੁੰਦਾ, ਅਤੇ ਲੋਕ ਯਕੀਨ ਕਿਉਂ ਨਹੀਂ ਕਰ ਰਹੇ। ਹੁਣ ਤੁਸੀਂ ਉਸ ਤੋਂ ਅੱਗੇ ਆ ਜਾਓ, ਜਦੋਂ GST ਮੁਲਕ ਦੇ ਵਿੱਚ ਲਾਗੂ ਕੀਤੀ ਜਾਂਦੀ ਹੈ ਕੇਂਦਰੀ ਹੁਕੂਮਤ ਵੱਲੋਂ, ਤਾਂ ਕਿਹਾ ਜਾਂਦਾ ਵੀ ਹਿੰਦੁਸਤਾਨ ਦੇ ਵਿੱਚ ਇੱਕ ਨਵੀਂ ਆਰਥਿਕ ਕ੍ਰਾਂਤੀ ਆ ਜੂ, ਹਿੰਦੁਸਤਾਨ ਦੇ ਜਿਹੜੇ ਖਜ਼ਾਨੇ ਆ ਉਹ ਭਰ ਜਾਣਗੇ, ਭਰਪੂਰ ਇੰਨੇ ਜ਼ਿਆਦਾ ਹੋ ਜਾਣਗੇ, ਨੱਕੋ ਨੱਕ ਵੀ ਅਸੀਂ ਤਾਂ ਸਾਰੀ ਮੁਲਕ ਤੋਂ ਦੁਨੀਆ ਤੋਂ ਮੂਹਰੇ ਨਿਕਲ ਜਾਵਾਂਗੇ ਸਾਡਾ ਇਹਨਾਂ। ਅਤੇ ਹਸ਼ਰ ਕੀ ਹੈ, ਕਾਰੋਬਾਰੀ ਅਲੱਗ ਰੋਈ ਜਾਂਦੇ ਨੇ। ਕਿੰਨੀਆਂ ਕੰਪਨੀਆਂ ਜਿਹੜੀਆਂ ਕੱਲ੍ਹ ਹੀ ਪਾਰਲੀਮੈਂਟ ਦੇ ਵਿੱਚ ਅੰਕੜਾ ਪੇਸ਼ ਹੋਇਆ, ਕਿੰਨੀਆਂ ਕੰਪਨੀਆਂ ਨੇ ਜਿਹੜੀਆਂ ਉਹ ਬੰਦ ਹੋ ਗਈਆਂ। GST ਦਾ ਹਸ਼ਰ ਸਾਡੇ ਸਾਹਮਣੇ ਹੈ। ਫਿਰ ਪ੍ਰਧਾਨ ਮੰਤਰੀ ਜੀ ਨੇ ਨੋਟਬੰਦੀ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਵੀ ਅੱਤਵਾਦ ਵੀ ਖਤਮ ਹੋ ਜਾਊਗਾ, ਕਾਲਾ ਧਨ ਵੀ ਵਾਪਸ ਆ ਜਾਊਗਾ, ਅਤੇ ਜੇ ਮੇਰੀ ਗੱਲ ਕਹਿੰਦੇ ਸਹੀ ਨਾ ਹੋਈ ਤਾਂ ਮੇਰੇ ਗੋਲੀ ਮਾਰ ਦਿਓ। ਜੀ। ਸਹੀ ਤਾਂ ਫਿਰ ਹੋਈ ਨਹੀਂ। ਹੁਣ ਪ੍ਰਧਾਨ ਮੰਤਰੀ ਸਾਹਿਬ ਨੇ, ਹੁਣ ਕੋਈ ਗੋਲੀ ਤਾਂ ਮਾਰਨਾ ਚਾਹੂਗਾ ਨਹੀਂ। ਜੀ, ਬਿਲਕੁਲ। ਅਤੇ ਮਾਰਨੀ ਚਾਹੀਦੀ ਵੀ ਨਹੀਂ। ਪਰ ਗੱਲ ਤੁਸੀਂ ਜਿਹੜੀ ਕੀਤੀ ਸੀ ਜ਼ੁਬਾਨ ਦੀ। ਜੀ। ਇਸੇ ਤਰ੍ਹਾਂ ਹੁਣ ਮਤਲਬ ਜੇ ਹੁਣ ਪ੍ਰਧਾਨ ਮੰਤਰੀ ਜਦੋਂ 19 ਤਰੀਕ ਨੂੰ ਐਲਾਨ ਕਰਦੇ ਨੇ ਤਾਂ ਕਿਸਾਨ ਜਥੇਬੰਦੀਆਂ ਕਹਿੰਦੇ ਵੀ ਨੋ, ਜਿੰਨਾ ਚਿਰ ਪਾਰਲੀਮੈਂਟ ਦੇ ਦੋਹੇਂ ਸਦਨ ਇਹਨੂੰ ਪਾਸ ਨਹੀਂ ਕਰ ਦਿੰਦੇ ਵੀ ਇਹ ਕਾਨੂੰਨ ਤਿੰਨੋਂ ਵਿਵਾਦਤ ਖੇਤੀ ਕਾਨੂੰਨ, ਕਾਲੇ ਕਾਨੂੰਨ ਵਾਪਸ ਲਏ ਜਾਂਦੇ ਨੇ, ਉਹ 'ਤੇ ਮੋਹਰ ਲਾ ਦਿੰਦੇ, ਰਾਸ਼ਟਰਪਤੀ ਉਹ 'ਤੇ ਦਸਤਖਤ ਨਹੀਂ ਕਰ ਦਿੰਦਾ, ਉਹਨਾਂ ਚਿਰ ਅਸੀਂ ਵਾਪਸ ਨਹੀਂ ਜਾਂਦੇ। ਕਿਉਂਕਿ ਪ੍ਰਧਾਨ ਮੰਤਰੀ ਮੁਲਕ ਦੇ ਸਭ ਤੋਂ ਵੱਡੇ ਅਹੁਦੇ 'ਤੇ ਬੈਠੇ ਨੇ। ਨਰਿੰਦਰ ਮੋਦੀ ਉਸ ਮੁਲਕ ਦੇ, ਸਾਡੇ ਮੁਲਕ ਦੇ ਸਭ ਤੋਂ ਵੱਡੇ ਅਹੁਦੇ 'ਤੇ ਬੈਠੇ ਨੇ। ਇਹਦਾ ਮਤਲਬ ਉਹਨਾਂ ਦੀ ਭਰੋਸੇਯੋਗਤਾ ਲੋਕਾਂ ਦੇ ਵਿੱਚ ਨਹੀਂ ਰਹੀ। ਉਹਨਾਂ ਦੀ ਜ਼ੁਬਾਨ 'ਤੇ ਭਰੋਸਾ ਹੀ ਨਹੀਂ ਲੋਕਾਂ ਨੂੰ ਵੀ ਜੋ ਇਹ ਕਹਿਣਗੇ ਉਹ 'ਤੇ ਅਮਲ ਵੀ ਹੋਊਗਾ ਜਾਂ ਨਹੀਂ ਹੋਊਗਾ। ਜੀ, ਬਿਲਕੁਲ। ਇਹ ਇੱਕ ਸਿਆਸਤ ਦਾ ਸਭ ਤੋਂ ਵੱਡਾ ਨਿਗਾਰ ਹੈ।
ਪਿੰਡ ਦਾ ਸਰਪੰਚ ਵੀ ਕਿਸੇ ਵੇਲੇ ਕੋਈ ਮੋਹਤਬਰ ਬੰਦਾ ਨੰਬਰਦਾਰ ਕਿਸੇ ਗੱਲ ਤੇ ਖੜ ਜਾਂਦਾ ਸੀ ਨਾ, ਤਾਂ ਪਿੰਡਾਂ 'ਚ ਗੱਲਾਂ ਹੁੰਦੀਆਂ ਸੀ ਵੀ ਫਲਾਣੇ ਨੇ ਜ਼ੁਬਾਨ ਦਿੱਤੀ ਹੈ। ਤੇ ਸਾਡੇ ਤਾਂ ਪ੍ਰਧਾਨ ਮੰਤਰੀ ਸਾਹਿਬ ਦੀ ਜ਼ੁਬਾਨ ਤੇ ਕੋਈ ਯਕੀਨ ਨਹੀਂ ਰਿਹਾ। ਤੇ ਫਿਰ ਕਿਸਾਨ ਜਿਹੜੇ ਨੇ, ਮੈਨੂੰ ਲੱਗਦਾ ਵੀ ਜੇ ਅਸੀਂ ਪਿਛੋਕੜ ਦੇਖੀਏ, ਜਿਵੇਂ ਸੱਤਾ ਹਥਿਆਉਣ ਲਈ ਤੇ ਉਸ ਤੋਂ ਬਾਅਦ ਲੋਕਾਂ ਨਾਲ ਫਰੇਬ ਤੇ ਝੂਠ ਬੋਲਿਆ ਗਿਆ, ਕੁਫਰ ਤੋਲਿਆ ਗਿਆ, ਤੇ ਉਹਦੇ ਮੁਤਾਬਕ ਕਿਸਾਨ ਸਹੀ ਨੇ। ਉਹ ਆਪਦੀ ਗੱਲ ਪਵਾ ਕੇ, ਆਪਦੀਆਂ ਮੰਗਾਂ ਮਨਵਾ ਕੇ, ਕਾਨੂੰਨੀ ਦਸਤਾਵੇਜ਼ ਕੋਈ ਹੱਥ 'ਚ ਲੈ ਕੇ ਫੇਰ ਹੀ ਆਉਣਗੇ। ਜੀ ਦਵਿੰਦਰ ਜੀ, ਜਿਵੇਂ ਹੁਣ ਆਪਾਂ ਸ਼ੁਰੂਆਤ ਕੀਤੀ ਸੀ ਕਿ ਤਿੰਨੋਂ ਖੇਤੀ ਕਾਨੂੰਨ ਤਾਂ ਜਿਹੜੇ ਹੈ ਵਾਪਸ ਹੋ ਚੁੱਕੇ ਨੇ, ਤੇ ਇਸ ਦੇ ਨਾਲ ਹੀ ਵੀ ਕਿ ਹੁਣ ਕੀ ਕਾਰਨ ਰਹਿ ਰਹੇ ਨੇ ਵੀ ਕਿ ਕਿਸਾਨ ਵਾਪਸ ਨਹੀਂ ਆ ਰਹੇ, ਕਿ ਉਹਨਾਂ ਦੀ ਕੁਝ ਹੋਰ ਮੰਗਾਂ ਜਿਹੜੀਆਂ ਨੇ ਉਹ ਵੀ ਬਕਾਇਆ ਖੜੀਆਂ ਨੇ, ਇਹ ਵੀ ਕਾਰਨ ਹੋ ਸਕਦਾ ਹੈ ਕਿ ਤੁਸੀਂ ਕੀ ਸਮਝਦੇ ਹੋ ਕਾਰਨ ਕੀ? ਦੇਖੋ, ਬਿਨਾਂ ਸ਼ੱਕ 2 ਕੁ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ। ਜੀ। ਹੁਣ ਅਸੀਂ ਉਸ ਚਿੱਠੀ ਦੇ ਵਿੱਚ ਜਿਹੜੇ ਵੱਖ-ਵੱਖ ਮੁੱਦੇ ਨੇ, ਜਿਨ੍ਹਾਂ ਦੀ ਸਭ ਤੋਂ ਵੱਡੀ ਗੱਲ ਹੈ ਵੀ 700 ਤੋਂ ਵੱਧ ਕਿਸਾਨਾਂ ਦੀ ਜਿਹੜੀ ਹੈ ਇਸ ਅੰਦੋਲਨ ਦੌਰਾਨ ਮੌਤ ਹੋ ਗਈ। ਉਹ ਜਿਹੜੇ ਆ ਉਹਨਾਂ ਕਿਸਾਨ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਜੀ। 50,000 ਤੋਂ ਵੱਧ ਕਿਸਾਨਾਂ ਤੇ ਪਰਚੇ ਦਰਜ ਹੋਏ ਨੇ। ਹਰਿਆਣੇ ਦੇ ਵਿੱਚ ਵੀ ਹੋਏ ਨੇ, ਪੰਜਾਬ ਦੇ ਵਿੱਚ ਵੀ ਹੋਏ ਨੇ, ਉੱਤਰਾਖੰਡ 'ਚ ਵੀ ਹੋਏ ਨੇ, ਉੱਤਰ ਪ੍ਰਦੇਸ਼ 'ਚ ਵੀ ਹੋਏ ਨੇ, ਹੋਰਾਂ ਸਟੇਟਾਂ 'ਚ ਵੀ ਹੋਏ ਨੇ। ਜੀ। ਉਹ ਪਰਚੇ ਵਾਪਸ ਕਰਨ ਦੀ ਗੱਲ ਚੱਲਦੀ ਹੈ। ਫਿਰ ਸਭ ਤੋਂ ਵੱਡੀ ਗੱਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਦੇ 19 ਨਵੰਬਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ, ਉਹਨਾਂ ਨੇ ਉਦੋਂ ਇਹ ਵੀ ਕਿਹਾ ਸੀ ਵੀ MSP ਤੇ ਵਿਚਾਰ ਕਰਨ ਲਈ ਇੱਕ ਕਮੇਟੀ ਬਣਾਈ ਜਾਊ, ਪਰ ਅਜੇ ਤੱਕ ਕਮੇਟੀ ਤਾਂ ਬਣੀ ਨਹੀਂ ਗਈ। ਜੀ। ਤੇ ਜਿਹੜਾ MSP ਹੈ ਹਜੇ ਤੱਕ 2.5 ਸਟੇਟਾਂ 'ਚ ਮਿਲਦਾ, ਪੰਜਾਬ, ਹਰਿਆਣਾ ਤੇ UP ਦਾ ਇੱਕ ਪਾਰਟ ਹੈਗਾ, ਜੀ। ਵੈਸਟਰਨ UP ਜਿਹਨੂੰ ਅਸੀਂ ਕਹਿੰਦੇ ਹਾਂ। ਸਾਰੇ ਮੁਲਕ 'ਚ ਦੇਣੀ ਹੈ, ਕਿੰਨਾ ਫਸਲਾਂ ਤੇ ਦੇਣੀ ਹੈ, ਕਿਵੇਂ ਦੇਣੀ ਹੈ, ਉਹਦੀ ਖਰੀਦ ਦੀ ਗਰੰਟੀ ਹੋਊ ਜਾਂ ਨਹੀਂ ਹੋਊ, ਉਹ ਵੀ ਅਜੇ ਵਾਪਸ ਵਿੱਚ ਪਿਆ ਮਸਲਾ। ਜੀ। ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਵੀ ਜਿਹੜਾ ਨਵਾਂ ਬਿਜਲੀ ਐਕਟ, ਬਿਜਲੀ ਬਿੱਲ ਪੇਸ਼ ਹੋਣਾ ਪਾਰਲੀਮੈਂਟ ਦੇ ਵਿੱਚ, ਉਹ ਨਾ ਪੇਸ਼ ਕੀਤਾ ਜਾਵੇ। ਜੀ। ਪਰਾਲੀ ਸਾੜਨ ਦਾ ਮੁੱਦਾ ਸੀ, ਉਹ ਖੈਰ 2 ਦਿਨ ਪਹਿਲਾਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਹਿ ਦਿੱਤਾ ਵੀ ਕਿਸੇ ਕਿਸਾਨ ਤੇ ਪਰਚਾ ਦਰਜ ਨਹੀਂ ਹੋਊਗਾ। ਜੀ। ਸਭ ਤੋਂ ਵੱਡਾ ਸਵਾਲ ਇਹੀ ਹੈ ਵੀ ਇੱਕ ਵੱਡੀ ਲੜਾਈ ਜਿੱਤ ਲਈ ਗਈ ਹੈ। ਜੀ। ਖੇਤੀ ਕਾਨੂੰਨ ਵਾਪਸ ਹੋਣ ਤੇ ਪਾਰਲੀਮੈਂਟ ਦੇ ਦੋਹਾਂ ਸਦਨਾਂ ਨੇ ਮੋਹਰ ਲਾ ਦਿੱਤੀ ਹੈ, ਪਰ ਆਹ ਮੁੱਦੇ ਜਿਹੜੇ ਨੇ ਇਹ ਹਜੇ ਬਰਕਰਾਰ ਨੇ, ਕਿਉਂਕਿ ਜਿਹੜੀ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਚਿੱਠੀ ਲਿਖੀ ਗਈ ਹੈ, ਉਹਦੇ ਜਵਾਬ ਦੀ ਜਿਹੜੀ ਹੈ ਉਹ ਜਵਾਬ ਦਾ ਇੰਤਜ਼ਾਰ ਕੀਤਾ ਜਾ ਰਿਹਾ। ਜੀ। ਦਵਿੰਦਰ ਜੀ, ਤੁਸੀਂ ਪਹਿਲੇ ਦਿਨ ਤੋਂ ਕਿਸਾਨ ਅੰਦੋਲਨ ਨੂੰ ਕਵਰ ਕਰ ਰਹੇ ਹੋ, ਪੰਜਾਬ 'ਚ ਵੀ, ਦਿੱਲੀ ਤੱਕ ਤੁਸੀਂ ਇਹ ਜਿਹੜਾ ਇਸ ਨੂੰ ਪੂਰੀ ਤਰ੍ਹਾਂ ਕਵਰ ਕਰਦੇ ਆਏ ਹੋ। ਅਸੀਂ ਜਾਣਨਾ ਚਾਹਾਂਗੇ ਵੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ। ਕੱਲ੍ਹ ਨੂੰ ਵੀ 1 ਦਸੰਬਰ ਨੂੰ ਉਹਨਾਂ ਵੱਲੋਂ ਮੀਟਿੰਗ ਸੱਦੀ ਗਈ ਹੈ, ਫਿਰ 4 ਦਸੰਬਰ ਨੂੰ ਵੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ, ਵੀ ਕਿ ਅੰਦੋਲਨ ਦੀ ਅਗਲੀ ਰਣਨੀਤੀ ਕੀ ਹੋ ਸਕਦੀ ਹੈ, ਅਗਲੀ ਰੂਪਰੇਖਾ ਕੀ ਦੇਖਣ ਨੂੰ ਮਿਲ ਰਹੀ ਹੈ? ਦੇਖੋ, ਜੇ ਸਰਸਰੀ ਅਸੀਂ ਨਿਗਾਹ ਮਾਰੀਏ, ਜਿਹੜਾ 1 ਸਾਲ ਤੋਂ ਇਹ ਅੰਦੋਲਨ ਚੱਲਿਆ, ਇਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਸੀ, 2 ਵੱਡੀਆਂ ਗੱਲਾਂ ਸੀ। ਇੱਕ ਤਾਂ ਮੁਲਕ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਏਕਤਾ। ਜੀ। ਉਹਦੇ 'ਚ ਇਹ ਸੀ ਵੀ ਕਿਸਾਨ ਜਥੇਬੰਦੀਆਂ ਤੇ ਕਿਸਾਨ ਲੀਡਰ ਵੱਖੋ ਵੱਖਰੀ ਵਿਚਾਰਧਾਰਾ ਨੂੰ ਸੰਬੰਧ ਰੱਖਦੇ ਨੇ। ਇਸ ਕਰਕੇ ਇਹਨਾਂ ਦੇ ਵਿੱਚ ਮਤਭੇਦ ਹੋਣੇ ਸੁਭਾਵਿਕ ਗੱਲ ਹੈ। ਇਹਨਾਂ ਸਾਰੇ ਮਤਭੇਦਾਂ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਦੀ ਏਕਤਾ ਬਣੀ ਰਹੀ। ਹਾਲਾਂਕਿ ਅਸੀਂ ਦੇਖੀਏ, ਕੇਂਦਰ ਸਰਕਾਰ ਨੇ ਕਈ ਤਰ੍ਹਾਂ ਦੇ ਸ਼ੋਸ਼ੇ ਛੱਡੇ, ਕੁਝ ਕਿਸਾਨ ਜਥੇਬੰਦੀਆਂ ਖੜੀਆਂ ਕਰਕੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਮੀਟਿੰਗਾਂ ਕੀਤੀਆਂ। ਪ੍ਰਧਾਨ ਮੰਤਰੀ ਵੀ ਗੁਜਰਾਤ ਜਾ ਕੇ ਕੁਝ ਕਿਸਾਨਾਂ ਨਾਲ ਮੀਟਿੰਗ ਕਰਦੇ ਨੇ, ਪਰ ਉਹਨਾਂ ਨੂੰ ਸਫਲਤਾ ਇਸ ਕਰਕੇ ਨਹੀਂ ਮਿਲੀ ਕਿਉਂਕਿ ਮੁਲਕ ਦੀਆਂ ਜਿਹੜੀਆਂ ਪ੍ਰਮੁੱਖ ਕਿਸਾਨ ਜਥੇਬੰਦੀਆਂ ਨੇ ਤੇ ਵੱਡੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਦਾ ਜਨ ਆਧਾਰ ਹੈ, ਉਹ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਖੜੀਆਂ ਸੀ। ਜੀ। ਆਉਣ ਵਾਲੇ ਦਿਨ ਇਸ ਕਰਕੇ ਬਹੁਤ ਮਹੱਤਵਪੂਰਨ ਨੇ ਕਿਸਾਨ ਜਥੇਬੰਦੀਆਂ ਲਈ, ਕਿਉਂਕਿ ਉਹਨਾਂ ਨੇ 1 ਤਰੀਕ ਨੂੰ, ਇੱਕ ਤਾਂ ਕੱਲ੍ਹ ਨੂੰ ਜਿਹੜੀ 1 ਦਸੰਬਰ ਨੂੰ ਮੀਟਿੰਗ ਬੁਲਾਈ ਹੈ, ਉਹਦੇ ਵਿੱਚ ਕੁਝ ਫੈਸਲੇ ਲਏ ਜਾਣੇ, ਫਿਰ ਬੁਲਾਈ ਹੈ 4 ਦਸੰਬਰ ਨੂੰ। ਸਭ ਤੋਂ ਵੱਡਾ ਜਿਹੜਾ ਹੈਗਾ, ਏਕਤਾ ਕਿਵੇਂ ਬਰਕਰਾਰ ਰੱਖੀ ਜਾਵੇ, ਕਿਉਂਕਿ ਕਿਸੇ ਵੀ ਸੰਘਰਸ਼ ਨੂੰ ਅੰਜਾਮ 'ਤੇ ਲਿਜਾਣ ਵਾਸਤੇ, ਕਿਸੇ ਵੀ ਹਕੂਮਤ ਨੂੰ ਲੋਕਾਂ ਦੀਆਂ ਮੰਗਾਂ ਮਨਵਾਉਣ ਲਈ ਤੇ ਲੋਕ ਹਿੱਤੂ ਫੈਸਲੇ ਜਿਹੜੇ ਆ ਉਹ ਲਿਆਉਣ ਲਈ, ਉਹਦੇ ਵਾਸਤੇ ਲੋਕਾਂ ਦੀ ਏਕਤਾ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਉਦੋਂ ਵੱਡਾ ਇੱਕ ਕਾਰਨ ਹੋਰ ਸੀ, ਜਿਹੜਾ ਸ਼ਾਂਤਮਈ ਸੰਘਰਸ਼ ਰਹਿਣਾ। ਸਰਕਾਰੀ ਉਕਸਾਹਟ ਦੇ ਬਾਵਜੂਦ, ਸਰਕਾਰੀ ਏਜੰਸੀਆਂ ਵੱਲੋਂ ਗੰਦਾ ਜਿਹੜਾ ਰੋਲ ਪਲੇ ਕਰਨ ਦੇ ਬਾਵਜੂਦ ਵੀ ਕਿਸਾਨ ਅੰਦੋਲਨ ਜਿਹੜਾ ਅਡੋਲ ਖੜਾ ਰਿਹਾ। ਬੜੇ ਉਤਰਾਅ ਚੜ੍ਹਾਅ ਦੇਖੇ,
ਗੱਡੀਆਂ ਚੜ੍ਹ ਕੇ ਕਿਸਾਨ ਮਾਰ ਵੀ ਦਿੱਤੇ ਗਏ, ਸੜਕਾਂ ਤੇ ਕਿੱਲਾਂ ਵੀ ਲਾ ਦਿੱਤੀਆਂ ਗਈਆਂ, ਪਰਚੇ ਦਰਜ ਹੋਏ, ਬਹੁਤ ਕੁਝ ਹੋਇਆ। ਜੀ। ਪਰ ਇਸ ਦੇ ਬਾਵਜੂਦ ਸੰਘਰਸ਼ ਦੀ ਜਿੱਤ ਹੋਈ ਹੈ। ਜੀ। ਤੇ ਸੰਘਰਸ਼ ਨੂੰ ਅਸੀਂ ਦੇਖੀਏ, ਇਤਿਹਾਸ 'ਚ ਦੇਖੀਏ ਤਾਂ ਇਸ ਤਰ੍ਹਾਂ ਦੇ ਜਿਹੜੇ ਹੈ ਤਕਲੀਫਾਂ ਜਿਹੜੀਆਂ ਲੋਕਾਂ ਨੂੰ ਝੱਲਣੀਆਂ ਪੈਂਦੀਆਂ, ਤੇ ਸਾਡੇ ਪੁਰਖਿਆਂ ਨੇ ਬਹੁਤ ਤਕਲੀਫਾਂ ਝੱਲੀਆਂ ਵੀ ਨੇ। ਜੀ ਦਵਿੰਦਰ ਜੀ, ਇਹ ਤਾਂ ਸੀ ਕਿਸਾਨ ਅੰਦੋਲਨ ਦੀ ਗੱਲ। ਜੇਕਰ ਇਹਦੇ ਨਾਲ ਹੀ ਨਜ਼ਰ ਮਾਰੀਏ ਪੰਜਾਬ ਦੀ ਸਿਆਸਤ ਤੇ, ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਹੀ ਐਲਾਨ ਕੀਤਾ ਵੀ ਕਿ ਉਹ ਭਾਜਪਾ ਨਾਲ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਇਆ ਧੜਾ ਹੈ, ਚਾਹੇ ਉਹ ਢੀਂਡਸੇ ਹੋਣ ਚਾਹੇ ਹੋਰ ਹੋਣ, ਉਹਨਾਂ ਨਾਲ ਮਿਲ ਕੇ ਸਰਕਾਰ ਬਣਾਉਣਗੇ। ਕੈਪਟਨ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਕਿਆਸਰਾਈਆਂ ਤਾਂ ਇਹ ਹੈਗੀਆਂ ਨੇ ਵੀ ਭਾਰਤੀ ਜਨਤਾ ਪਾਰਟੀ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਇੱਕ ਜਿਹੜਾ ਚੋਣ ਸਮਝੌਤਾ ਕਰਨਗੇ। ਪਰ ਅਜੇ ਤੱਕ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਤਾਂ ਕੋਈ ਐਲਾਨ ਨਹੀਂ ਕੀਤਾ ਗਿਆ ਜੀ। ਬਲਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਡਿਨਾਈ ਕੀਤਾ ਜਾ ਰਿਹਾ ਲਗਾਤਾਰ ਵੀ ਨਹੀਂ, ਅਸੀਂ ਨਹੀਂ ਕਰਾਂਗੇ। ਪਰ ਕੈਪਟਨ ਅਮਰਿੰਦਰ ਸਿੰਘ ਜਿਵੇਂ ਮੂਹਰੇ ਲੱਗੇ ਹੋਏ ਨੇ, ਉਹਦੇ 'ਚੋਂ 2-3 ਚੀਜ਼ਾਂ ਝਲਕਦੀਆਂ ਨੇ ਜਿਸ ਤਰ੍ਹਾਂ ਦੀ ਉਹ ਐਕਟੀਵਿਟੀ। ਇੱਕ ਤਾਂ ਉਹ ਸਿਰਫ ਇਹ ਦੱਸਣਾ ਚਾਹੁੰਦੇ ਨੇ ਕਾਂਗਰਸ ਨੂੰ ਵੀ ਮੈਂ ਜਿਹੜੀ ਸਿਆਸੀ ਖੇਡ ਹੁੰਦੀ ਹੈ, ਸਿਆਸੀ ਗੇਮ ਕਹਿ ਲਓ, ਪੋਲੀਟੀਕਲ ਗੇਮ, ਉਹਦੇ 'ਚੋਂ ਬਾਹਰ ਨਹੀਂ ਹੈਗਾ। ਜੀ। ਆਈ ਐਮ ਐਕਟਿਵ, ਮੈਂ ਕੁਛ ਕਰੂੰਗਾ। ਹਾਲਾਂਕਿ ਦੇਖੋ, ਪਾਰਟੀਆਂ ਬਣਾਉਣ ਲਈ ਬਹੁਤ ਕੁਝ ਚਾਹੀਦਾ ਹੁੰਦਾ ਹੈ। ਜੀ। ਇਕੱਲਾ ਇੱਕ ਬੰਦਾ ਵਨ ਮੈਨ ਸ਼ੋਅ ਨਾਲ ਪਾਰਟੀ ਨਹੀਂ ਚੱਲਦੀ। ਅਸੀਂ ਵਨ ਮੈਨ ਸ਼ੋਅ ਵਾਲੀਆਂ ਪਾਰਟੀਆਂ, ਇੱਥੇ ਬਲਵੰਤ ਸਿੰਘ ਰਾਮੂ ਵਾਲਿਆਂ ਨੇ ਵੀ ਪਾਰਟੀ ਬਣਾਈ ਸੀ, ਤੇ ਰਵਿੰਦਰ ਸਿੰਘ ਦਾ ਵੀ ਅਕਾਲੀ ਦਲ ਹੈਗਾ, ਤੇ ਬਹੁਤ ਪਾਰਟੀਆਂ ਜਿਹੜੀਆਂ ਪੰਜਾਬ 'ਚ ਤੁਰੀਆਂ ਫਿਰਦੀਆਂ। ਅਸੀਂ ਹੋਰ ਗਿਣ ਲਈਏ ਤਾਂ 10-12 ਪਾਰਟੀਆਂ ਹੋਣਗੀਆਂ। ਹਾਂ ਚਲੋ, ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ 9.5 ਸਾਲ ਚੀਫ ਮਿਨਿਸਟਰ ਰਹੇ ਨੇ, ਉਹਨਾਂ ਕੋਲ 4 ਬੰਦੇ ਵੱਧ ਮਿਲ ਜਾਣਗੇ। ਪਰ ਪਾਰਟੀਆਂ ਚਲਾਉਣ ਲਈ ਇੱਕ ਬਹੁਤ ਵੱਡਾ ਨੈਟਵਰਕ ਤੇ ਇੱਕ ਗ੍ਰਾਸ ਰੂਟ ਲੈਵਲ ਤੇ ਇੱਕ ਵਰਕਰਾਂ ਦਾ ਇੱਕ ਵੱਡੀ ਫੌਜ ਚਾਹੀਦੀ ਹੁੰਦੀ ਹੈ। ਜੀ। ਜਿਹੜੀ ਕਿ ਅਸੀਂ ਵਰਕਰਾਂ ਦੀ ਫੌਜ ਇਸ ਵੇਲੇ ਕਹਿ ਲਈਏ, ਉਹ ਕਾਂਗਰਸ ਕੋਲ ਹੈਗੀ, ਸ਼੍ਰੋਮਣੀ ਅਕਾਲੀ ਦਲ ਕੋਲ ਹੈਗੀ, ਆਮ ਆਦਮੀ ਪਾਰਟੀ ਕੋਲ ਹੈਗੀ, ਜੀ। ਜਿਹੜਾ ਉਸ ਤਰ੍ਹਾਂ ਦਾ ਇੱਕ ਨੈਟਵਰਕ। ਤੇ ਕੈਪਟਨ ਅਮਰਿੰਦਰ ਸਿੰਘ 1.5-2 ਮਹੀਨਿਆਂ ਦੇ ਵਿੱਚ ਖੁੰਦਕ ਤਾਂ ਕੱਢ ਸਕਦੇ ਨੇ ਕਿਸੇ ਪਾਰਟੀ ਨਾਲ, ਪਾਰਟੀਕੂਲਰ ਪਾਰਟੀ ਨਾਲ, ਵੀ ਮੈਂ ਇਸ ਪਾਰਟੀ ਨੂੰ ਸੱਤਾ 'ਚ ਨਹੀਂ ਆਉਣ ਦੇਣਾ ਇਹ ਨੂੰ, ਤੇ B ਪਾਰਟੀ ਲਈ ਜਿਹੜਾ ਉਹ ਮੈਂ ਕੰਮ ਕਰਨਾ ਹੈ, ਉਹਨੂੰ ਸੱਤਾ 'ਚ ਆਉਣ ਦੇਣਾ ਹੈ। ਜੀ। ਪਰ ਖੁਦ ਜਿਹੜਾ ਹੈ, ਜਿਵੇਂ ਉਹਨਾਂ ਨੇ ਨਾਅਰਾ ਲਾਇਆ ਵੀ ਕੈਪਟਨ ਫਾਰ 2022, ਇਹ ਇਸ ਤਰ੍ਹਾਂ ਦਾ ਮਾਹੌਲ ਅਜੇ ਲੱਗਦਾ ਨਹੀਂ, ਤੇ ਉਹ ਹਜੇ ਟਾਈਮ ਦੱਸੂਗਾ ਕੀ ਬਣਦਾ। ਅਸੀਂ ਇਹੀ ਕਹਿ ਸਕਦੇ ਹਾਂ ਵੀ ਹਜੇ ਕੈਪਟਨ ਅਮਰਿੰਦਰ ਸਿੰਘ ਬਹੁਤ ਤਤਪਰ ਨੇ, ਬਹੁਤ ਤਰਲੋ ਮੱਛੀ ਹੋ ਰਹੇ ਨੇ ਵੀ ਅਲਾਇੰਸ ਲਈ। ਕੋਈ ਹਜੇ ਅਜੇ ਤੱਕ ਇਹ ਕਹਿ ਲਈਏ ਵੀ ਢੀਂਡਸਾ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਹੁੰਗਾਰਾ ਅਜੇ ਤੱਕ ਓਪਨਲੀ ਜਿਹੜਾ ਖੁੱਲ੍ਹੇਆਮ ਨਹੀਂ ਭਰਿਆ ਜਾ ਰਿਹਾ। ਜੀ ਦਵਿੰਦਰ ਜੀ, ਕਿਸਾਨ ਅੰਦੋਲਨ 'ਚ ਕਿਸਾਨਾਂ ਦੀ ਇੱਕ ਵੱਡੀ ਜਿੱਤ ਹੋਈ ਹੈ, ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਵੀ ਬਹੁਤ ਥੋੜ੍ਹਾ ਸਮਾਂ ਰਹਿ ਗਿਆ। ਜੇਕਰ ਗੱਲ ਕਰੀਏ 15 ਜਾਂ 20 ਦਿਨਾਂ ਦੇ ਵਿੱਚ ਜਿਹੜਾ ਚੋਣ ਜ਼ਾਬਤਾ ਲਾਗੂ ਹੋ ਜਾਏਗਾ ਪੰਜਾਬ 'ਚ। ਅਸੀਂ ਜਾਣਨਾ ਚਾਹਾਂਗੇ, ਜਿਵੇਂ ਜੇਤੂ ਅੰਦਾਜ਼ 'ਚ ਕਿਸਾਨ ਘਰ ਵਾਪਸੀ ਦੀ ਤਿਆਰੀ ਕਰ ਰਹੇ ਨੇ, ਤਾਂ ਉਸ ਦਾ ਪੰਜਾਬ ਦੀ ਸਿਆਸਤ 'ਤੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲੇਗਾ? ਇਹ ਆਤਿਸ਼ ਜੀ, ਦੇਖੋ, ਅਸਰ ਤਾਂ ਜ਼ਰੂਰ ਪਊਗਾ। ਤਰ੍ਹਾਂ ਦੀਆਂ ਜਿਹੜੀਆਂ ਅਫਵਾਹਾਂ ਚੱਲ ਰਹੀਆਂ ਹੈ, ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਕਿਸਾਨ ਲੀਡਰ ਬਾਰੇ ਇਹ ਅਫਵਾਹ ਚੱਲ ਰਹੀ ਹੈ ਵੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਅੱਟੀ ਸੱਟੀ ਲੱਗ ਗਈ, ਉੱਧਰ ਵੀ ਉਹ ਸ਼ਮੂਲੀਅਤ ਕਰ ਸਕਦੇ ਨੇ। ਕੁਛ ਕਿਸਾਨ ਲੀਡਰ ਚਾਹੁੰਦੇ ਵੀ ਨੇ ਸੱਤਾ ਦੇ ਵਿੱਚ ਆਉਣਾ, ਪਰ ਇੱਕ ਨਾ ਲੋਕਾਂ ਦਾ ਸੁਭਾਅ ਹੁੰਦਾ ਹੈ, ਐਜੀਟੇਟਰ, ਤੇ ਲੋਕਾਂ ਲਈ, ਲੋਕ ਮਸਲਿਆਂ 'ਤੇ ਲੜਨ ਵਾਲੇ ਬੰਦਿਆਂ ਨੂੰ ਕਈ ਵਾਰੀ ਉਹੋ ਜਿਹਾ ਹੁੰਗਾਰਾ ਸਿਆਸਤ 'ਚ ਨਹੀਂ ਮਿਲਦਾ ਬਹੁਤ। ਅਸੀਂ ਮਨੀਪੁਰ ਦੀ ਇੱਕ ਲੇਡੀ ਇਰੋਮ ਸ਼ਰਮੀਲਾ 15-20 ਸਾਲ 22 ਸਾਲ ਉਹ ਦਿੱਲੀ 'ਚ ਜਿਹੜਾ ਉਹ ਬੈਠੀ ਰਹੀ ਮਰਨ ਵਰਤ 'ਤੇ। ਪੂਰੀ ਦੁਨੀਆ ਦਾ ਧਿਆਨ ਉਹਨੇ ਆਪਦੇ ਵੱਲ ਖਿੱਚਿਆ, ਦੁਨੀਆ ਦੇ ਵਿੱਚ ਉਹ ਮਕਬੂਲ ਹੋਈ, ਮਸ਼ਹੂਰ ਹੋਈ। ਜਦੋਂ ਜਾ ਕੇ ਚੋਣ ਲੜੀ, ਉਹਨੇ ਜ਼ਮਾਨਤ ਜ਼ਬਤ ਹੋ ਗਈ। ਜੀ ਬਿਲਕੁਲ। ਇਸ ਲਈ ਅਸੀਂ ਇਹ ਕਹਿ ਲਈਏ ਵੀ ਕੋਈ ਐਜੀਟੇਸ਼ਨ ਲੜਨ ਵਾਲਾ ਬੰਦਾ ਕਈ ਵਾਰੀ ਸੱਤਾ 'ਚ ਕਾਮਯਾਬ ਹੋ ਜੂ, ਇਹ ਤਾਂ ਟਾਈਮ ਦੱਸੂਗਾ ਵੀ ਉਹ ਕਾਮਯਾਬ ਹੁੰਦੇ ਨੇ ਨਹੀਂ ਹੁੰਦੇ। ਪਰ ਹਾਂ, ਇੱਕ ਗੱਲ ਜ਼ਰੂਰ ਹੈ ਵੀ ਜਿਹੜਾ ਕਿਸਾਨ ਅੰਦੋਲਨ ਚੱਲਿਆ, ਇਹਨੇ ਲੋਕਾਂ ਨੂੰ ਜਾਗਰੂਕ ਕੀਤਾ ਹੈ, ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਹੈ। ਇਸ ਲਈ ਸਿਆਸੀ ਪਾਰਟੀਆਂ ਦੀ, ਸਿਆਸੀ ਲੋਕਾਂ ਦੀ ਸ਼ਾਮਤ ਜ਼ਰੂਰ ਆਊਗੀ। ਉਹਨਾਂ ਨੂੰ ਹੁਣ ਝੂਠ ਬੋਲਣ ਬਾਰੇ 100 ਵਾਰੀ ਸੋਚਣਾ ਪਊਗਾ। ਉਹਦੀਆਂ ਵੀਡੀਓ ਵੀ ਬਣਨਗੀਆਂ, ਵੀਡੀਓ ਜਨਤਕ ਵੀ ਹੋਣਗੀਆਂ, ਫਿਰ ਜਵਾਬਦੇਹੀ ਵੀ ਹੋਊ, ਚੌਂਕ 'ਚ ਘੇਰਿਆ ਵੀ ਜਾਊ, ਡਾਂਗਾ ਲੈ ਕੇ ਲੋਕ ਪਿੱਛੇ ਵੀ ਪੈਣਗੇ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਦੱਸਿਆ ਵੀ ਕਿਸਾਨ ਅੰਦੋਲਨ ਨੇ ਦੇਸ਼ ਦੇ ਨੌਜਵਾਨਾਂ ਨੂੰ, ਲੋਕਾਂ ਨੂੰ ਬਹੁਤ ਜਾਗਰੂਕ ਕਰ ਦਿੱਤਾ ਹੈ, ਤੇ ਇਸ ਤੋਂ ਜਿਹੜਾ ਹੈਗਾ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਹੁਣ ਉਹਦਾ ਝੂਠ ਜਾਂ ਝੂਠੇ ਦਾਅਵੇ ਜਿਹੜੇ ਹਨ ਲੋਕਾਂ 'ਚ ਨਹੀਂ ਚੱਲਣਗੇ। ਲੋਕ ਬਹੁਤ ਜਾਗਰੂਕ ਹੋ ਚੁੱਕੇ ਨੇ, ਉਹ ਆਪਣੇ ਹੱਕਾਂ ਲਈ ਜਿਹੜਾ ਹੈ ਹੁਣ ਆਵਾਜ਼ ਚੁੱਕਣੀ ਜਾਣਦੇ ਨੇ, ਤੇ ਰਾਜਸੀ ਆਗੂਆਂ ਨੂੰ ਘੇਰ ਕੇ ਸਵਾਲ ਪੁੱਛਣਾ ਵੀ ਜਾਣਦੇ ਨੇ, ਜੋ ਕਿ ਹੁਣ ਤੋਂ ਦਿਖਾਈ ਵੀ ਦੇ ਰਿਹਾ, ਤੇ ਭਵਿੱਖ ਵਿੱਚ ਵੀ ਇਹੀ ਰਣਨੀਤੀ ਬਣਦੀ ਦਿਖ ਰਹੀ ਹੈ ਵੀ ਵੱਖ-ਵੱਖ ਪਿੰਡਾਂ 'ਚ ਤੇ ਕਿਸਾਨ ਜਥੇਬੰਦੀਆਂ ਵੱਲੋਂ ਜਾਂ
ਨੌਜਵਾਨਾਂ ਵੱਲੋਂ ਸਿਆਸੀ ਧਿਰਾਂ ਨੂੰ ਜਿਹੜਾ ਹੈਗਾ ਘੇਰ ਕੇ ਸਵਾਲ ਪੁੱਛੇ ਜਾਣਗੇ ਵੀ ਕਿ ਤੁਸੀਂ ਹੁਣ ਤੱਕ ਸਾਡੇ ਲਈ ਕੀ ਕੀਤਾ ਹੈ, ਜਾਂ ਭਵਿੱਖ 'ਚ ਕੀ ਰਣਨੀਤੀ ਹੈ ਵੀ ਕਿ ਤੁਸੀਂ ਲੋਕ ਭਲਾਈ ਕਿਵੇਂ ਕਰੋਗੇ। ਇਹ ਹੁਣ ਹੋਵੇਗਾ ਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।